ਤਾਂ ਪਹਿਲਾਂ ਪੰਜਾਬ ਦੀ ਅੱਜ ਦੀ ਅਪਡੇਟ ਕੀ ਰਹੀ ਹੈ। ਪੂਰਾ ਦਿਨ ਭਰ ਪੰਜਾਬ ਦੇ ਵਿੱਚ ਕੀ ਆંકੜੇ ਰਹੇ, ਇਹਨਾਂ 10 ਵੱਡੇ ਪੁਆਇੰਟਰਸ ਤੇ ਨਜ਼ਰ ਪਾ ਲੈਂਦੇ ਆ। ਪੰਜਾਬ 'ਚ 1200 ਦੇ ਪਾਰ ਅੱਜ ਕਰੋਨਾ ਦਾ ਆંકੜਾ ਪਹੁੰਚ ਗਿਆ। 100 ਦੇ ਕਰੀਬ ਨਵੇਂ ਮਾਮਲੇ ਨੇ ਜਿਹੜੇ ਅੱਜ ਸਾਹਮਣੇ ਆਏ ਨੇ। ਸਭ ਤੋਂ ਜ਼ਿਆਦਾ ਮਾਮਲੇ ਸੰਗਰੂਰ ਤੋਂ ਨੇ, 48 ਨਵੇਂ ਕੇਸ ਨੇ। ਫਿਰੋਜ਼ਪੁਰ ਤੋਂ 13 ਮਾਮਲੇ ਆਏ ਨੇ। ਫਰੀਦਕੋਟ ਤੋਂ 12 ਨਵੇਂ ਕੇਸ ਨੇ। ਜਲੰਧਰ ਤੋਂ 7 ਤੇ ਗੁਰਦਾਸਪੁਰ ਤੋਂ 6 ਕੇਸ ਸਾਹਮਣੇ ਆਏ ਨੇ। ਇਸੇ ਤਰ੍ਹਾਂ ਨਾਭਾ ਤੋਂ 3 ਮਾਮਲੇ ਆਏ। ਬਠਿੰਡਾ ਤੋਂ ਅੱਜ 1 ਕੇਸ ਸਾਹਮਣੇ ਆਇਆ। ਸੋ ਹੁਣ ਤੱਕ ਕਰੀਬ 700 ਜਿਹੜੇ ਨੰਦੇੜ ਤੋਂ ਪਰਤੇ ਸ਼ਰਧਾਲੂ ਨੇ ਉਹਨਾਂ ਦੀ ਰਿਪੋਰਟ ਪੋਜ਼ਿਟਿਵ ਆ ਚੁੱਕੀ ਹੈ। ਅੰਮ੍ਰਿਤਸਰ 'ਚ ਸਭ ਤੋਂ ਜ਼ਿਆਦਾ 200 ਤੋਂ ਜ਼ਿਆਦਾ ਸ਼ਰਧਾਲੂਆਂ ਦੀ ਰਿਪੋਰਟ ਪੋਜ਼ਿਟਿਵ ਆਈ ਹੈ। ਕੱਲ ਇੱਕ ਦਿਨ ਦੇ ਵਿੱਚ 4 ਮੌਤਾਂ ਹੋਈਆਂ ਸੀ ਤੇ ਹੁਣ ਤੱਕ ਕੁੱਲ 24 ਮੌਤਾਂ ਹੋਈਆਂ ਨੇ। ਪੰਜਾਬ 'ਚ ਹੁਣ ਤੱਕ 117 ਮਰੀਜ਼ ਜਿਹੜੇ ਨੇ ਉਹ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਨੇ। ਇਹ ਅੱਜ ਦਾ ਦਿਨ ਭਰ ਦਾ ਡਾਟਾ ਹੈ। ਪੰਜਾਬ ਦੇ ਵਿੱਚ 1200 ਤੋਂ ਜ਼ਿਆਦਾ ਕੁੱਲ ਮਾਮਲੇ ਹੋ ਚੁੱਕੇ ਨੇ। ਤਾਂ ਅਸੀਂ ਆંકੜੇ ਦਿਖਾ ਰਹੇ ਹਾਂ। ਪੰਜਾਬ 'ਚ 1200 ਦੇ ਪਾਰ ਜਿਹੜੇ ਕਰੋਨਾ ਦੇ ਮਾਮਲੇ ਪਹੁੰਚ ਚੁੱਕੇ ਨੇ। ਹਰ ਜ਼ਿਲ੍ਹੇ ਦੀ ਕੀ ਰਿਪੋਰਟ ਹੈ ਉਹ ਅਸੀਂ ਤੁਹਾਨੂੰ ਦਿਖਾ ਰਹੇ ਹਾਂ। 1232 ਕੁੱਲ ਮਾਮਲੇ। ਮੋਹਾਲੀ 95, ਫਤਿਹਗੜ੍ਹ ਸਾਹਿਬ 17, ਸੰਗਰੂਰ 63, ਬਰਨਾਲਾ 19, ਬਠਿੰਡਾ 36, ਮਾਨਸਾ 17। ਇਹ ਫਿਗਰ ਹੈ ਇਸ ਵੇਲੇ ਪੂਰੇ ਮਾਮਲਿਆਂ ਦੀ। 80 ਤੋਂ ਵੱਧ ਮਾਮਲੇ ਪਟਿਆਲਾ 'ਚ ਨੇ। ਮੁਕਤਸਰ 59, 59, ਫਾਜ਼ਿਲਕਾ 'ਚ 4, ਫਰੀਦਕੋਟ 18, ਫਿਰੋਜ਼ਪੁਰ 42, ਜਲੰਧਰ 'ਚ 131 ਤੇ ਲੁਧਿਆਣਾ 'ਚ 110 ਮਾਮਲੇ ਜਿਹੜੇ ਨੇ ਉਹ ਸਾਹਮਣੇ ਆਏ ਨੇ। ਇਸੇ ਤਰ੍ਹਾਂ ਪਠਾਨਕੋਟ 'ਚ 27, ਗੁਰਦਾਸਪੁਰ 36, ਹੁਸ਼ਿਆਰਪੁਰ 88, ਕਪੂਰਥਲਾ 13, ਤਰਨਤਾਰਨ 42, ਨਵਾਂ ਸ਼ਹਿਰ 85 ਤੇ ਅੰਮ੍ਰਿਤਸਰ ਸਭ ਤੋਂ ਵੱਧ 218 ਮਾਮਲੇ ਹੁਣ ਤੱਕ ਸਾਹਮਣੇ ਆਏ। ਤਾਂ ਪੰਜਾਬ 'ਚ ਬਾਹਰੋਂ ਪਰਤੇ ਸ਼ਰਧਾਲੂਆਂ ਦੇ ਆਉਣ ਨਾਲ ਇੱਕੋ ਦਮ ਕਰੋਨਾ ਦੇ ਆંકੜਿਆਂ 'ਚ ਵੱਡਾ ਇਜ਼ਾਫਾ ਹੋਇਆ। ਇਸ ਵਿਚਾਲੇ ਸਰਕਾਰ ਤੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ, ਪਰ ਹੁਣ ਸਾਰੇ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆਇਆ ਹੈ। ਇਹ ਨਵਾਂ ਮੋੜ ਕੀ ਹੈ? ਇਹ ਨਵਾਂ ਖੁਲਾਸਾ ਕੀ ਹੈ? ਕਿਉਂ ਸ਼ਰਧਾਲੂਆਂ ਦੀ ਇੰਨੀ ਵੱਡੀ ਗਿਣਤੀ 'ਚ ਰਿਪੋਰਟ ਪੋਜ਼ਿਟਿਵ ਆਈ? ਉਸ ਦੇ ਕਾਰਨ ਕੀ ਸੀ? ਕਿੱਥੋਂ ਉਹਨਾਂ ਨੂੰ ਕਰੋਨਾ ਹੋਇਆ? ਇਸ ਖਾਸ ਰਿਪੋਰਟ ਦੇ ਜ਼ਰੀਏ ਦਿਖਾਉਂਦੇ ਹਾਂ। नांदेड़ साहब तो पड़ते लोकां ते वड्डा खुलासा। श्रद्धालुआं नाल बसां च कौन आया? कामियां ने वंडिया श्रद्धालुआं नूं करोना। कि नांदेड़ साहब तो पड़ते सिर्फ श्रद्धालुओं की वजह नाल पंजाब दे विच करोना दा कहर वधिया है कि नांदेड़ तो सिर्फ श्रद्धालु ही आए, क्योंकि लगातार वाधे मामलिਆਂ 'ਚ ਜ਼ਿਕਰ ਤਾਂ सिर्फ श्रद्धालुआं ਦਾ ही हो रहा है। पॉजिटिव रिपोर्ट ਦੇ ਨਾਲ श्रद्धालु भी जुड़ रहा है, पर कहानी सिर्फ बसां 'ਚ उतरदे नांदेड़ तो पड़ते लोकां ਦੀਆਂ तस्वीरां ਜਾਂ ਕਰੋਨਾ ਦੀਆਂ ਆਉਂਦੀਆਂ पॉजिटिव रिपोर्टां तक सीमित नहीं है, बल्कि असल तस्वीर तो अजिही है जो पंजाब तो लैके महाराष्ट्र तक के सिस्टम नूं सवालों के घेरे दे विच खड़ा कर देवेगी। न्यूज़ 18 तुहानूं दस्सेगा कि किवें बहुत वड्डी लापरवाही ने पंजाब च करोना नूं पैर पसारन दा मौका दिता, किवें हज़ारां पंजाबियां दी जान नूं खतरे दे विच पा दिता। ਹੁਣ तक नांदेड़ साहब के पूरे मामले च असी इहो समझ रहे सी या सुनते आ रहे सी कि सरकारां दी मंजूरियां तक श्रद्धालु सरां दे विच रहे ते फिर बसां दे विच पंजाब परत आए, जिथे उन्हां दे टेस्ट पॉजिटिव निकल रहे ने। पर हुण तुहानूं असी दस्सांगे कि मंजूरी मिलण अते बसां रवाना होण तक दे समय विचाले की होया ते किवें ओह कुछ दिनां ने सब कुछ बदल के रख दिता। शुरुआत होंदी है जदों पहली बार खबर सामने आई कि हजूर साहब तो वापसी की इजाजत मिल चुकी है। 19 अप्रैल नूं हरसिमरत कौर बादल ने ट्वीट करके जानकारी दी कि केंद्र ते महाराष्ट्र सरकार दे नाल गल करके श्रद्धालुओं की वापसी की इजाजत मिल चुकी है, पर वापसी की शुरुआत 23 अप्रैल तो ही मुमकिन हो सकी, यानी करीब 4 दिन बाद। इस दौरान महाराष्ट्र दीयां फैक्ट्रियां दे विच काम करन वाले कामे भी हजूर साहब पहुंचण लगे ते सियासी पार्टियां दे नुमाइंदियां ने भी कामियां नूं हजूर साहब पहुंचण दे लई कहा ताकि श्रद्धालुआं दे नाल उन्हां दी भी वापसी हो सके। बलाचौर तो अकाली आगू
ਬ੍ਰਿਗੇਡੀਅਰ ਰਾਜਕੁਮਾਰ ਦੀ ਇਸ ਫੇਸਬੁੱਕ ਪੋਸਟ ਨੂੰ ਦੇਖੋ, ਜਿਸ ਵਿੱਚ ਉਹ ਅਪੀਲ ਕਰ ਰਹੇ ਨੇ ਕਿ ਵੱਖ-ਵੱਖ ਥਾਵਾਂ ਤੇ ਕੰਮ ਕਰਨ ਵਾਲੇ ਕਾਮੇ ਹਜ਼ੂਰ ਸਾਹਿਬ ਪਹੁੰਚਣ। ਉਹਨਾਂ ਦੀ ਪੰਜਾਬ ਵਾਪਸੀ ਦਾ ਬੰਦੋਬਸਤ ਹੋ ਚੁੱਕਾ ਹੈ ਤੇ ਬ੍ਰਿਗੇਡੀਅਰ ਸਾਹਿਬ ਇਹ ਵੀ ਬਖੂਬੀ ਜਾਣਦੇ ਸਨ ਕਿ ਸ਼ਰਧਾਲੂਆਂ ਦੇ ਨਾਲ ਕਾਮੇ ਵੀ ਵਾਪਸ ਪੰਜਾਬ ਆ ਰਹੇ ਨੇ। ਕਿ ਤੁਹਾਨੂੰ ਇਹ ਜਾਣਕਾਰੀ ਸੀ ਕਿ ਜਿਹੜੇ ਉੱਥੇ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਨੇ ਜਿਹੜੇ ਪੰਜਾਬੀ ਨੇ ਬਹੁਤ ਸਾਰੇ, ਉਹ ਵੀ ਵਾਪਸ ਆ ਰਹੇ ਨੇ ਇਹਨਾਂ ਬੱਸਾਂ ਦੇ ਵਿੱਚ? हाँ बिल्कुल जानकारी सी जी। ਤਾਂ ਦੂਰ-ਦੂਰ ਤੋਂ ਕਾਮਿਆਂ ਦੇ ਨਾਂਦੇੜ ਸਾਹਿਬ ਪਹੁੰਚਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਕੋਈ 100 ਕਿਲੋਮੀਟਰ ਤਾਂ ਕੋਈ ਉਸ ਤੋਂ ਵੀ ਜ਼ਿਆਦਾ ਸਫ਼ਰ ਤੈਅ ਕਰਕੇ, ਕੋਈ ਕਿਸੇ ਗੱਡੀ ਰਾਹੀਂ ਤਾਂ ਕੋਈ ਟਰੱਕਾਂ ਦੇ ਵਿੱਚ ਲਿਫਟ ਲੈ ਕੇ ਹਜ਼ੂਰ ਸਾਹਿਬ ਪਹੁੰਚ ਗਿਆ। ਤੇ ਇਸ ਵਿਚਾਲੇ ਜਿਹੜੇ ਲੋਕਾਂ ਨੂੰ ਨਾਂਦੇੜ ਸਾਹਿਬ ਜਾਂਦਿਆਂ ਨੂੰ ਰਾਹ ਦੇ ਵਿੱਚ ਰੋਕਿਆ ਗਿਆ ਤਾਂ ਉਹਨਾਂ ਦੇ ਲਈ ਪੰਜਾਬ 'ਚ ਬੈਠੇ ਪ੍ਰਬੰਧ ਕਰਵਾ ਦਿੱਤੇ ਗਏ। ਪ੍ਰੇਮ ਸਿੰਘ ਚੰਦੂ ਮਾਜਰਾ ਵੱਲੋਂ ਕਿਵੇਂ, ਚੰਦੂ ਮਾਜਰਾ ਸਾਹਿਬ ਦੀ ਜ਼ੁਬਾਨੀ ਹੀ ਸੁਣੋ। ਜਦੋਂ ਉੱਥੋਂ ਕੋਈ ਪੈਦਲ ਤੁਰ ਪਿਆ, ਕੋਈ ਟੈਕਸੀਆਂ ਲੈ ਕੇ ਤੁਰ ਪਿਆ, ਉਹ ਰਸਤੇ ਜਦੋਂ ਰੋਕਿਆ ਉਹਨਾਂ ਨੂੰ ਫਿਰ ਪ੍ਰੋਬਲਮ ਆਈ। ਫਿਰ ਮੈਂ ਸ਼ਰਦ ਪਵਾਰ ਜੀ ਨਾਲ ਗੱਲ ਕੀਤੀ ਵੀ ਇਸ ਤਰ੍ਹਾਂ ਸਾਡੇ ਬੰਦੇ ਉੱਥੇ ਹਜੂਰ ਸਾਹਿਬ ਗੁਰਦੁਆਰਾ ਸਾਹਿਬ ਆਉਣਾ ਚਾਹੁੰਦੇ ਆ ਤੇ ਉੱਥੇ ਸ਼ਰਧਾਲੂਆਂ ਦੇ ਨਾਲ ਬੱਸਾਂ ਜਾ ਜਾਣਗੇ। ਉਹਨਾਂ ਨੇ ਫਿਰ 2 ਘੰਟੇ ਦੇ ਵਿੱਚ ਉਦੋਂ ਠਾਕਰੇ ਜੀ ਨਾਲ ਗੱਲ ਕਰਕੇ ਮੁੱਖ ਮੰਤਰੀ ਮਹਾਰਾਸ਼ਟਰ ਨਾਲ ਇੱਕ ਜਨਰਲ ਪਰਮਿਸ਼ਨ ਦਵਾਤੀ ਵੀ ਜਿਹੜਾ ਵੀ ਕੋਈ ਪੰਜਾਬ ਦਾ ਬੰਦਾ ਸੱਚਖੰਡ ਹਜੂਰ ਸਾਹਿਬ ਜਾਣਾ ਚਾਹੁੰਦਾ ਉਹਨੂੰ ਰਸਤੇ 'ਚ ਰੋਕਿਆ ਨਾ ਜਾਵੇ। ਇਹ ਇੱਕ ਜਨਰਲ ਹੀ ਲੈਟਰ ਕਢਵਾਤਾ ਸ਼ਰਦ ਪਵਾਰ ਜੀ ਨੇ ਮੇਰੇ ਕਹਿਣ ਤੇ ਉਦੋਂ ਠਾਕਰੇ ਜੀ। ਇਹ ਸਭ ਕੁਝ ਹੋ ਰਿਹਾ ਸੀ ਬੱਸਾਂ ਪੰਜਾਬ ਰਵਾਨਾ ਹੋਣ ਤੋਂ ਠੀਕ ਪਹਿਲਾਂ। ਲਾਪਰਵਾਹੀ ਇੱਥੇ ਹੀ ਖਤਮ ਨਹੀਂ ਹੁੰਦੀ। ਨਾਂਦੇੜ ਸਾਹਿਬ ਪਹੁੰਚ ਰਹੇ ਕਾਮਿਆਂ ਨੂੰ ਉੱਥੇ ਦੇ ਪ੍ਰਸ਼ਾਸਨ ਨੇ ਵੱਖ ਨਹੀਂ ਰੱਖਿਆ। ਇਹ ਲੋਕ ਵੀ ਕਰੀਬ 40 ਦਿਨਾਂ ਤੋਂ ਗੁਰਦੁਆਰਾ ਕੰਪਲੈਕਸ ਦੇ ਵਿੱਚ ਰਹਿ ਰਹੇ ਲੋਕਾਂ ਦੇ ਨਾਲ ਹੀ ਜਾ ਕੇ ਮਿਲ ਗਏ। ਕਿਸੇ ਦੀ ਕੋਈ ਪਛਾਣ ਨਹੀਂ, ਕੌਣ ਸ਼ਰਧਾਲੂ ਤੇ ਕੌਣ ਕਾਮਾ। ਇਸ ਵਿਚਾਲੇ ਸਾਰੀਆਂ ਜ਼ਰੂਰੀ ਪਰਮਿਸ਼ਨਾਂ ਵੀ ਮਿਲ ਗਈਆਂ ਤੇ ਫਿਰ ਬੱਸਾਂ 'ਚ ਲੋਕਾਂ ਨੂੰ ਰਵਾਨਾ ਕੀਤੇ ਜਾਣ ਦੀ ਸ਼ੁਰੂਆਤ ਹੋਈ ਤੇ ਇਹ ਸ਼ਰਧਾਲੂ ਤੇ ਕਾਮੇ ਜਾਂ ਕਹੀਏ ਕਿ ਪੰਜਾਬੀ ਪੰਜਾਬ ਲਈ ਰਵਾਨਾ ਹੋਏ ਤੇ ਬੱਸਾਂ ਪਹੁੰਚਦੀ ਰਹੀਆਂ ਪੰਜਾਬ ਤੇ ਕਰੋਨਾ ਦੇ ਕੇਸ ਲਗਾਤਾਰ ਸਾਹਮਣੇ ਆ ਰਹੇ ਨੇ। ਨਾਂਦੇੜ ਸਾਹਿਬ ਗੁਰਦੁਆਰਾ ਪ੍ਰਸ਼ਾਸਨ ਨੇ ਕੋਈ ਧਿਆਨ ਨਹੀਂ ਰੱਖਿਆ ਤਾਂ ਲਾਪਰਵਾਹੀ ਤਾਂ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਵੀ ਹੋਈ। ਬਿਨਾਂ ਕਿਸੇ ਧਿਆਨ ਦੇ ਬੱਸਾਂ ਦੇ ਵਿੱਚ ਭਰ ਕੇ ਸ਼ਰਧਾਲੂ ਵੀ ਤੇ ਕਾਮੇ ਵੀ ਪੰਜਾਬ ਪਹੁੰਚਾ ਦਿੱਤੇ ਗਏ ਤੇ ਹੁਣ ਤਰਕ ਕੀ ਦਿੱਤਾ ਜਾ ਰਿਹਾ ਹੈ ਸਿਹਤ ਮੰਤਰੀ ਤੋਂ ਸੁਣੋ। ਮੈਨੂੰ ਕੋਈ ਸਾਡੇ ਐਮਐਲਏ ਦੀ ਲਿਸਟ ਨਹੀਂ ਦਿੱਤੀ ਜੀ, ਕੋਈ ਲਿਸਟ ਮੇਰੇ ਕੋਲ ਆਈ ਨਹੀਂ ਕਿ ਸਾਡੇ ਕਾਮੇ ਵਿੱਚ ਫਸੇ ਹੋਏ ਨੇ, ਕਿਸੇ ਨੇ ਕੁਛ ਨਹੀਂ ਕਿਹਾ। ਜਿਹੜੇ ਕਾਮੇ ਨੇ ਉਹ ਸਾਰੇ ਜੈਸਲਮੇਰ ਤੋਂ ਇਸ ਸਾਈਡ ਤੋਂ ਆਏ ਨੇ ਜੀ, ਫਾਜ਼ਿਲਕਾ ਵਾਲੇ ਗੰਗਾ ਨਗਰ ਬਾਰਡਰ ਤੋਂ ਆਏ ਨੇ। ਤੇ ਜਿਹੜੀ ਗੱਲ ਉੱਥੇ ਛੋਟੀ ਗੱਲ ਹੋ ਸਕਦੀ ਹੈ ਕਿ ਜਦੋਂ ਕਿਤੋਂ ਪਤਾ ਹੋਵੇ ਇਸ ਸਟੇਸ਼ਨ ਤੋਂ ਗੱਡੀਆਂ ਚੱਲਣੀਆਂ ਨੇ, ਕੁਝ ਬੰਦੇ ਆ ਸਕਦੇ ਨੇ। ਅਸੀਂ ਪਰ ਹੈ ਤਾਂ ਪੰਜਾਬੀ ਉਹ ਵੀ, ਜਿਹੜੇ ਪੰਜਾਬੀ ਨੇ ਉਹ ਕਿਤੋਂ ਕਿਤੇ ਬੈਠੇ ਨੇ, ਉਹਨਾਂ ਦਾ ਰਾਈਟ ਹੈ ਇੱਥੇ ਆਪਣਾ ਅੰਮ੍ਰਿਤਸਰ ਸਾਡਾ ਲਿਆਉਣਾ ਵੀ ਰਾਈਟ ਹੈ, ਸਾਡੀ ਡਿਊਟੀ ਹੈ। ਨਾਂਦੇੜ ਤੋਂ ਪਰਤੇ 500 ਤੋਂ ਜ਼ਿਆਦਾ ਲੋਕ ਕਰੋਨਾ ਸੰਕਰਮਿਤ ਹੋ ਚੁੱਕੇ ਨੇ, ਪਰ ਹੁਣ ਤੱਕ ਸਿਰਫ ਸ਼ਰਧਾਲੂਆਂ ਦਾ ਹੀ ਜ਼ਿਕਰ ਹੋ ਰਿਹਾ ਸੀ। ਪਰ ਹੁਣ ਕਾਮਿਆਂ ਵਾਲਾ ਖੁਲਾਸਾ ਹੋਣ ਤੋਂ ਬਾਅਦ ਵਿਰੋਧੀਆਂ ਉੱਤੇ ਸਿਆਸੀ ਤਲਵਾਰਾਂ ਨੂੰ ਵੀ ਤਿੱਖਾ ਕਰ ਲਿਆ ਗਿਆ ਹੈ। देखो ये टोटल के टोटल सुखबीर बादल, हरसिमरत कौर बादल ने उन बसों में उन लोगों को जगह दी, उन लोगों को चढ़ाया जो श्रद्धालु नहीं थे। और ये कोरोना फैलाने का अगर कोई दोषी है तो श्रोमणी अकाली दल है। ਨਵਾਂ ਸ਼ਹਿਰ ਤੇ ਬਲਾਚੌਰ ਦੇ ਵਿੱਚ ਵੀ ਕਈ ਕਾਮੇ ਸ਼ਰਧਾਲੂਆਂ ਦੇ ਨਾਲ ਵਾਪਸ ਪੰਜਾਬ ਪਰਤੇ, ਜਿਨ੍ਹਾਂ ਦੇ ਵਿੱਚ ਕੁਝ ਹੁਣ ਕਰੋਨਾ ਦੇ ਮਰੀਜ਼ ਵੀ ਨੇ। ਇੱਥੇ ਸਵਾਲ ਤਾਂ ਇਹ ਵੀ ਹੈ ਕਿ ਕਾਮੇ ਵੀ ਤਾਂ ਪੰਜਾਬ ਦਾ ਹੀ ਹਿੱਸਾ ਨੇ, ਤਾਂ ਉਹਨਾਂ ਦੀ ਵਾਪਸੀ ਤੇ ਕਿਉਂ ਸਿਸਟਮ ਕਟਹਿਰੇ ਦੇ ਵਿੱਚ ਖੜਾ ਹੈ? ਤਾਂ ਸਵਾਲ ਇਹ ਨੇ ਕਿ ਉਹਨਾਂ ਦੀ ਵਾਪਸੀ ਕੀ 40 ਦਿਨ ਤੋਂ ਠੀਕ ਠਾਕ ਬੈਠੇ ਸ਼ਰਧਾਲੂਆਂ ਤੋਂ ਵੱਖ ਨਹੀਂ ਹੋਣੀ ਚਾਹੀਦੀ ਸੀ, ਜਾਂ ਕਾਮਿਆਂ ਨੂੰ ਵੱਖ-ਵੱਖ ਬੱਸਾਂ ਦੇ ਵਿੱਚ ਨਹੀਂ ਭੇਜਿਆ ਜਾਣਾ ਚਾਹੀਦਾ ਸੀ, ਕਿ ਗੁਰਦੁਆਰਾ ਪ੍ਰਬੰਧਕਾਂ ਨੂੰ ਕਾਮਿਆਂ ਦੇ ਰੂਪ ਦੇ ਵਿੱਚ ਗੁਰਦੁਆਰੇ ਪਹੁੰਚ ਰਹੀ ਸੰਗਤ ਨੂੰ ਵੱਖ ਨਹੀਂ ਰੱਖਣਾ ਚਾਹੀਦਾ ਸੀ, ਕਿ ਸ਼ਰਧਾਲੂਆਂ ਦੇ ਲਈ ਮਿਲੀ ਪਰਮਿਸ਼ਨ ਵਿਚਾਲੇ ਹੀ ਕਾਮਿਆਂ ਨੂੰ ਵੀ ਵਾਪਸ ਲਿਆਉਣਾ ਸਹੀ ਕਦਮ ਸੀ। ਸਵਾਲ ਤਾਂ ਇਹ ਵੀ ਹੈ ਕਿ ਜਦੋਂ ਪਤਾ ਸੀ ਕਿ ਕਾਮੇ ਵੀ ਨਾਲ ਆਏ ਨੇ, ਯਾਨੀ ਕਿ ਸ਼ਰਧਾਲੂਆਂ ਦੇ ਨਾਲ ਕੁਝ ਹੋਰ ਲੋਕ ਵੀ ਆਏ ਨੇ, ਤਾਂ ਸਿਰਫ ਸ਼ਰਧਾਲੂਆਂ ਬਾਰੇ ਹੀ ਜਾਣਕਾਰੀ ਕਿਉਂ ਦਿੱਤੀ ਗਈ? ਇਹ ਸਵਾਲ ਇਸ ਕਰਕੇ ਵੀ ਉੱਠ ਰਹੇ ਨੇ ਕਿਉਂਕਿ ਕਿਆਸ ਹੁਣ ਇਹੋ ਲਗਾਏ ਜਾ ਰਹੇ ਨੇ ਕਿ ਸੈਂਕੜੇ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਨਾਂਦੇੜ ਸਾਹਿਬ ਪਹੁੰਚੇ ਤੇ ਫਿਰ ਸ਼ਰਧਾਲੂਆਂ ਦੇ ਸੰਪਰਕ ਦੇ ਵਿੱਚ ਆਏ ਇਹਨਾਂ ਕਾਮਿਆਂ ਕਰਕੇ ਹੀ ਸ਼ਰਧਾਲੂਆਂ ਨੂੰ ਕਿਤੇ ਨਾ ਕਿਤੇ ਕਰੋਨਾ ਹੋਇਆ। ਖੈਰ ਵਜ੍ਹਾ ਕੁਝ ਵੀ ਹੋਵੇ, ਪਰ ਇੱਕ ਗੱਲ ਤਾਂ ਸਾਫ਼ ਹੈ ਕਿ ਸਿਸਟਮ ਦੀ ਨਲਾਇਕੀ ਨੇ ਹਜ਼ਾਰਾਂ ਲੋਕਾਂ ਦੀ ਜਾਨ ਨੂੰ ਖਤਰੇ 'ਚ ਜ਼ਰੂਰ ਪਾ ਦਿੱਤਾ ਹੈ। ਗੌਰਵ ਸ਼ੁਕਲਾ, ਨਿਊਜ਼ 18 ਪੰਜਾਬ।
ਤੇ ਲਾਕਡਾਊਨ 'ਚ ਫਸੇ ਮਜ਼ਦੂਰਾਂ ਦੀ ਘਰ ਵਾਪਸੀ ਤੇ ਵੀ ਖੂਬ ਸਿਆਸੀ ਬਿਆਨਬਾਜ਼ੀ ਹੋ ਰਹੀ ਹੈ। ਕਾਂਗਰਸ ਨੇ ਮਹਾਮਾਰੀ ਦੀ ਮਾਰ ਚੱਲ ਰਹੇ ਲੱਖਾਂ ਮਜ਼ਦੂਰਾਂ ਤੋਂ ਰੇਲ ਦਾ ਕਿਰਾਇਆ ਲੈਣ ਤੇ ਸਵਾਲ ਚੁੱਕੇ ਨੇ, ਪਰ ਇਸ ਸਭ ਦੇ ਵਿੱਚ ਸਵਾਲ ਇਹ ਵੀ ਉੱਠ ਰਹੇ ਨੇ ਕਿ ਕੀ ਇਸ ਤਰੀਕੇ ਨਾਲ ਐਡੀ ਵੱਡੀ ਗਿਣਤੀ ਦੇ ਵਿੱਚ, ਲੱਖਾਂ ਦੀ ਗਿਣਤੀ ਦੇ ਵਿੱਚ ਇਸ ਤਰ੍ਹਾਂ ਮਜ਼ਦੂਰਾਂ ਦਾ ਆਪਣੇ ਘਰਾਂ ਨੂੰ ਪਰਤਣਾ ਸੁਰੱਖਿਅਤ ਰਹੇਗਾ? ਇਸ ਦਾ ਜਵਾਬ ਜਾਣਨ ਲਈ ਇਹ ਰਿਪੋਰਟ ਤੁਹਾਨੂੰ ਦਿਖਾਉਂਦੇ ਹਾਂ। ਲਾਕਡਾਊਨ 'ਚ ਫਸੇ ਮਜ਼ਦੂਰਾਂ ਤੇ ਕਾਮਿਆਂ ਨੂੰ ਸਪੈਸ਼ਲ ਟ੍ਰੇਨਾਂ ਦੇ ਜ਼ਰੀਏ ਘਰ ਪਹੁੰਚਾਇਆ ਜਾ ਰਿਹਾ ਹੈ, ਪਰ ਇਹਨਾਂ ਤੋਂ ਕਿਰਾਇਆ ਲਈ ਜਾਣ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸਰਕਾਰ ਤੋਂ ਇਹਨਾਂ ਦਾ ਕਿਰਾਇਆ ਮਾਫ ਕਰਨ ਦੀ ਮੰਗ ਕੀਤੀ ਸੀ, ਪਰ ਸਰਕਾਰ ਨੇ ਉਹਨਾਂ ਦੀ ਮੰਗ ਨਹੀਂ ਮੰਨੀ ਤਾਂ ਕਾਂਗਰਸ ਨੇ ਕਿਰਾਇਆ ਦੇਣ ਦਾ ਫੈਸਲਾ ਕੀਤਾ ਹੈ। कांग्रेस अध्यक्षा श्रीमती सोनिया गांधी जी ने एक बहुत अहम फैसला मज़दूरों के लिए, जो हमारी माइग्रेंट लेबर है, उनके मुतालिक लिया है। मैं श्रीमती सोनिया जी का बहुत बहुत धन्यवाद करती हूँ और उनको मुबारक भी देती हूँ कि ऐसे समय में जब हमारे जो मज़दूर भाई हैं, माइग्रेंट लेबर है, वो सड़कों में घर जाने का प्रयास कर रहे हैं, उनको कोई मदद नहीं हो रही है। एक बहुत ही अहम फैसला लेते हुए उन्होंने ये फैसला लिया कि जो भी श्रमिक हमारे ट्रेन से वापस जाएंगे, उनका ट्रेन का जो किराया है, रेल का किराया है, वो कांग्रेस पार्टी उसका भार जो है वहन करेगी। कोरोना नाल लड़ाई 'ਚ ਮਜ਼ਦੂਰਾਂ ਦੀ ਹਿਜਰਤ ਵੱਡੀ ਮੁਸ਼ਕਲ ਪੈਦਾ ਕਰ ਸਕਦੀ ਹੈ। ਇਕੱਲੇ ਪੰਜਾਬ ਤੋਂ ਹੀ 6.5 ਲੱਖ ਮਜ਼ਦੂਰ ਆਪਣੇ ਘਰ ਪਰਤਣਾ ਚਾਹੁੰਦੇ ਨੇ। सूबे की कैप्टन सरकार ने 6,44,000 मजदूरों की रजिस्ट्रेशन की है। सरकार ने संबंधित सूबे के नाल ये जानकारी भी साझा की है। इस बारे च संबंधित सूबे जल्द ही तैयारियां मुकम्मल कर लेंगे। वख-वख सूबे च पंजाब की तरह लखां मजदूर फसे हुए ने जो कि घर परतन की आस च ने। मजदूरों की मुश्किल नूं लैके पहले दिन तो ही सियासी बयानबाजी हो रही है। पहला सरकार ते इल्जाम लग्या कि मजदूरों की मदद नहीं की जा रही ते वो घर जाना चाहते हैं, पर हुण सरकार मजदूरां नूं स्पैशल ट्रेनां दे जरिए घर भेज रही है, तां फिर सरकार सवालां 'च है। इस माहौल 'च भी सरकार क्यों मजदूरां तो किराया वसूल रही है, ये वड्डा सवाल है जिस ते सरकार नूं घेरिया जा रहा है। इन्हां सवालां दे विच एक सब तो महत्वपूर्ण सवाल ये भी है कि इन्हां मजदूरां दा घर परतना किन्ना सही है। इस महामारी दे विच लखां मजदूरां दा वख-वख सूबिਆਂ ਤੋਂ ਇੱਕੋ ट्रेन 'ਚ ਆਪਣੇ ਘਰ ਜਾਣਾ किते घातक कदम ना होवे। साडे पिंड कोरोना वायरस तो मुक्त ने ते जेकर मजदूर शहरों तो निकल के घर पहुंचे तो ये जानलेवा वायरस पिंडा तक पहुंच जाएगा, जिसका नतीजा खतरनाक हो सकता है। केंद्र सरकार तीजे लॉकडाउन च हौली हौली आर्थिक गतिविधियां दे लई रियायतां दे के अर्थव्यवस्था नूं पटड़ी ते लिया रही है, पर कुछ हफ्तियां च पूरी तरह कामकाज शुरू होने की उम्मीद है। अजिहे च मजदूरां दे घर वापस परतन नाल लेबर दी कमी लॉकडाउन च वड्डी समस्या बन जाएगी। हालात बद तो बदतर हो सकते हैं। अजिहे च प्रवासी मजदूरां दा घर परतना ना तां उन्हां दे हित च है ते ना ही उन्हां दे परिवार दे अते ना ही देश दे। ब्यूरो रिपोर्ट, न्यूज़ 18। ਤੇ ਪ੍ਰਵਾਸੀ ਮਜ਼ਦੂਰਾਂ ਦੀ ਵਾਪਸੀ ਦਾ ਸਾਰਾ ਖਰਚਾ ਪੰਜਾਬ ਸਰਕਾਰ ਚੱਕੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਦੀ ਮਨਜ਼ੂਰੀ ਦੇ ਦਿੱਤੀ ਹੈ। ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਸੋਨੀਆ ਗਾਂਧੀ ਦੇ ਐਲਾਨ ਤੋਂ ਬਾਅਦ ਪੰਜਾਬ ਸਰਕਾਰ ਨੇ ਇਹ ਫੈਸਲਾ ਕੀਤਾ ਹੈ। ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਜਿਹੜੇ ਜ਼ਿਆਦਾਤਰ ਮਜ਼ਦੂਰ ਨੇ, ਪੰਜਾਬ ਦੇ ਵਿੱਚ ਇਸ ਵੇਲੇ ਕੁੱਲ ਆંકੜਾ 6,44,000 ਦੇ ਕਰੀਬ ਹੈ ਜੋ ਰਜਿਸਟਰਡ ਮਜ਼ਦੂਰ ਨੇ, और उन्होंने जदों हुण अपनी घर वापसी करनी है तो उसका सारा खर्चा पंजाब सरकार वालों किया जाएगा। एक छोटा जा कमर्शियल ब्रेक, जल्द वापस होने। ਤੇ ਲੌਕਡਾਊਨ 3 ਅੱਜ ਤੋਂ ਲਾਗੂ ਹੋ ਗਿਆ ਹੈ। ਲੌਕਡਾਊਨ ਦੇ ਤੀਜੇ ਪੜਾਅ ਤਹਿਤ ਆਮ ਲੋਕਾਂ ਨੂੰ ਕੁਝ ਰਾਹਤ ਦੇਣ ਦੀ ਕੋਸ਼ਿਸ਼ ਵੀ ਹੋਈ। ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ 'ਚ ਕਿਵੇਂ ਲੋਕ ਇਸ ਦੌਰਾਨ ਨਿਯਮਾਂ ਦਾ ਪਾਲਣ ਕਰਦੇ ਨਜ਼ਰ ਆਏ, ਇਸ ਰਿਪੋਰਟ ਦੇ ਜ਼ਰੀਏ ਦਿਖਾਉਂਦੇ ਹਾਂ।
ਦੇ ਵੱਧਦੇ ਕਹਿਰ ਦੇ ਦਰਮਿਆਨ ਤੀਜਾ ਲਾਕਡਾਊਨ ਲੱਗ ਚੁੱਕਿਆ ਹੈ। ਇਸ ਵਿਚਾਲੇ ਪੰਜਾਬ ਵਿੱਚ ਕਰਫਿਊ ਜਾਰੀ ਹੈ। ਕਰਫਿਊ ਵਿੱਚ 4 ਘੰਟਿਆਂ ਦੀ ਢਿੱਲ ਮਿਲੀ ਤਾਂ ਕਿਸ ਤਰ੍ਹਾਂ ਸੜਕਾਂ ਤੇ ਭੀੜ ਉਮੜ ਆਈ। ਸਮਾਣਾ ਤੇ ਰੋਪੜ ਤੋਂ ਆਈਆਂ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ। ਕਿਸੇ ਨੇ ਮਾਸਕ ਪਾਏ ਨੇ ਤਾਂ ਕਿਸੇ ਨੇ ਨਹੀਂ। ਕਿਸੇ ਥਾਂ ਤੇ ਸੋਸ਼ਲ ਡਿਸਟੈਂਸਿੰਗ ਨਜ਼ਰ ਆਈ ਤਾਂ ਕਿਤੇ ਜੰਮ ਕੇ ਨੇਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ। ਇਸ ਕਰੋਨਾ ਬਿਮਾਰੀ ਨੂੰ ਲੈ ਕੇ ਸਾਡੇ ਜਿਹੜੇ ਨਾਕਾਬੰਦੀ ਕੀਤੀ ਗਈ ਹੈ ਸ਼ਹਿਰ ਦੇ ਵਿੱਚ। ਨਾਕਾਬੰਦੀ ਦੌਰਾਨ ਜਿਹੜੇ ਸਾਨੂੰ ਅਸੀਂ ਮਾਨਯੋਗ ਜਿਹੜੇ ਅਫਸਰਾਂ ਵੱਲੋਂ ਪਾਸ ਜਾਰੀ ਕੀਤੇ ਗਏ ਨੇ, ਉਹ ਪਾਸ ਚੈੱਕ ਕੀਤੇ ਜਾ ਰਹੇ ਨੇ, ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ ਔਰ ਡਾਕੂਮੈਂਟ ਚੈੱਕ ਕੀਤੇ ਜਾ ਰਹੇ ਨੇ। ਜਿਨ੍ਹਾਂ ਕੋਲ ਵੀ ਡਾਕੂਮੈਂਟ ਘੱਟ ਨੇ ਉਹਨਾਂ ਚਲਾਨ ਕੀਤੇ ਜਾ ਰਹੇ ਨੇ ਔਰ ਪਬਲਿਕ ਨੂੰ ਅਵੇਅਰ ਕੀਤਾ ਜਾ ਰਿਹਾ ਇਸ ਸੰਬੰਧੀ, ਇਹ ਬਿਮਾਰੀ ਸੰਬੰਧੀ ਸਮਝਾਇਆ ਜਾ ਰਿਹਾ ਵੀ ਘਰ ਦੇ ਵਿੱਚ ਰਹਿਣਾ ਆਪਣੇ। ਨਹੀਂ, ਛੋਟ ਕਿਸ ਤਰ੍ਹਾਂ ਦੀ ਨਹੀਂ ਹੈਗੀ। ਕਰਿਆਨੇ ਦਾ ਜਿਹੜਾ ਹੈਗਾ ਉਹ 9 ਤੋਂ 12 ਹੀ ਹੈ। ਉਹਨਾਂ ਨੂੰ ਹੋਮ ਡਿਲੀਵਰੀ ਲਈ ਹੈਗਾ। ਜਿਹੜੇ ਉਹਨਾਂ ਦੇ ਜਿਹੜੇ ਅੱਗੇ ਰੱਖੇ ਹੋਏ ਨੇ ਉਹ ਹੋਮ ਡਿਲੀਵਰੀ ਹੀ ਕਰ ਰਹੇ ਨੇ। ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੀ ਗੱਲ ਕਰੀਏ ਤਾਂ ਇੱਥੇ ਵੀ ਕਰਫਿਊ ਜਾਰੀ ਹੈ, ਪਰ ਕਰਫਿਊ ਵਿੱਚ ਢਿੱਲ ਦਾ ਸਮਾਂ ਵਧਾ ਦਿੱਤਾ ਗਿਆ ਹੈ। 5 ਘੰਟਿਆਂ ਤੱਕ ਕਰਫਿਊ ਵਿੱਚ ਮਿਲੀ ਛੋਟ ਦੌਰਾਨ ਲੋਕ ਨਿਯਮਾਂ ਮੁਤਾਬਿਕ ਸੜਕਾਂ ਤੇ ਉਤਰੇ। ਦੁਕਾਨਾਂ ਤੇ ਪੋਸਟਰ ਲਗੇ ਨਜ਼ਰ ਆਏ, ਨੋ ਮਾਸਕ ਨੋ ਸੇਲ। ਹੁਣ ਗੱਲ ਚੰਡੀਗੜ੍ਹ ਦੀ, ਜਿੱਥੋਂ ਕਰਫਿਊ ਹਟਾ ਦਿੱਤਾ ਗਿਆ ਹੈ। ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਔਡ ਇਵਨ ਫਾਰਮੂਲੇ ਦੇ ਤਹਿਤ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਪਰ ਕੋਰੋਨਾ ਦੇ ਖੌਫ ਅਤੇ ਪ੍ਰਸ਼ਾਸਨ ਦੀ ਸਖਤੀ ਨੂੰ ਵੇਖਦੇ ਹੋਏ ਲੋਕ ਨਿਯਮਾਂ ਦੀ ਪਾਲਣਾ ਕਰਦੇ ਨਜ਼ਰ ਆਏ। देखो, नुकसान की बात है, नुकसान तो ऑब्वियस सी बात है, होता ही होता है। बट उम्मीद ऐसी है कि जो उन्होंने कहा है जान है तो जहान है, हम उसी पे अमल करते हैं। उनकी बात को फॉलो किया हमने। लोग आ तो रहे हैं तो हमने सोशल डिस्टेंसिंग का पूरा ध्यान रखा है। हम कस्टमर को बोलते हैं अगर दुकान के अंदर एंटर करना है तो एक एक करके आइए, वरना अगर उन्होंने मास्क भी नहीं पहना होता तो हम उनको कोई सामान सेल नहीं करते हैं। देश ਵਿੱਚ कोरोना मरीजों की गिनती लगातार बढ़ रही है। 14 दिन तक देश एक बार फिर लॉकडाउन है, पर फिर भी लोगों ਦੀਆਂ ਮੁਸ਼ਕਲਾਂ ਨੂੰ ਵੇਖਦੇ ਹੋਏ ਤੈਅ ਸਮੇਂ ਅਤੇ ਨਿਯਮਾਂ ਦੇ ਮੁਤਾਬਿਕ ਹੀ ਦੁਕਾਨਾਂ ਖੋਲੀਆਂ ਜਾ ਰਹੀਆਂ ਨੇ। ਇਸ ਵਿਚਾਲੇ ਹਰ ਸ਼ਖਸ ਨੂੰ ਇਹ ਸਮਝਣਾ ਬੇहद ਲਾਜ਼ਮੀ ਹੈ ਕਿ ਉਹਨਾਂ ਦੀ ਜਾਨ ਦੀ ਹਿਫਾਜ਼ਤ ਲਈ ਹੀ ਇਹ ਨਿਯਮ ਬਣਾਏ ਗਏ ਨੇ। ਸੋ ਬਾਹਰ ਨਿਕਲਣ ਤੋਂ ਪਹਿਲਾਂ ਨਿਯਮਾਂ ਦੀ ਪਾਲਣਾ ਜ਼ਰੂਰ ਕਰੋ। ਬਿਊਰੋ ਰਿਪੋਰਟ, ਨਿਊਜ਼ 18। ਤੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਇੱਕ ਛੋਟਾ ਜਿਹਾ ਬ੍ਰੇਕ, ਖਬਰਾਂ ਨਿਊਜ਼ 18 ਪੰਜਾਬ ਹਰਿਆਣਾ ਤੇ ਚੱਲਦੀਆਂ ਰਹਿਣਗੀਆਂ।